ਖਬਰ ਦਿਨ ਪਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਏਕਤਾ ਸਿੰਘਲਾ ਸਵਾਗਤ ਕਰਦੀ ਹਾਂ। ਅੱਜ ਦੀ ਖਾਸ ਮੁਲਾਕਾਤ 'ਚ ਸਾਡੇ ਨਾਲ ਸਾਬਕਾ ਕੈਬਨਿਟ ਮਿਨਿਸਟਰ ਮਨੋਰੰਜਨ ਕਾਲੀਆ ਜੀ ਮੌਜੂਦ ਨੇ ਅਤੇ ਬੀਜੇਪੀ ਦੇ ਕਈ ਅਹੁਦਿਆਂ ਨਾਲ ਜੁੜੇ ਹੋਏ ਨੇ ਅਤੇ ਇਹਨਾਂ ਦਾ ਕਾਫੀ ਜ਼ਿਆਦਾ ਪੋਲੀਟੀਕਲ ਕਰੀਅਰ ਜੋ ਆਪਾਂ ਕਹੀਏ ਬ੍ਰਾਈਟ ਰਿਹਾ ਹੈ। ਇਹਨਾਂ ਨਾਲ ਗੱਲ ਕਰਦੇ ਹਾਂ। ਸਰ ਸਵਾਗਤ ਹੈ ਤੁਹਾਡਾ। ਧੰਨਵਾਦ। ਸਰ 2022 ਦੇ ਇਲੈਕਸ਼ਨਸ ਬਹੁਤ ਹੀ ਜ਼ਿਆਦਾ ਨਜ਼ਦੀਕ ਨੇ। ਪੰਜਾਬ ਵਿੱਚ ਬੀਜੇਪੀ ਦਾ ਏਜੰਡਾ ਕੀ ਰਹੇਗਾ? देखो ऐसा है कि जो चुनाव आते हैं उस वक्त हर एक पार्टी मैनीफेस्टो जारी करती हैं। सो भारतीय जनता पार्टी भी अपना मैनीफेस्टो जारी करेगी और उसदे विच भारतीय जनता पार्टी का जिहड़ा हैगा एजेंडा भी जिहड़ा हैगा सारा नशर करेगी। मगर सर देखा जाए होर पार्टियां ने अपने जो आप कह सकते हैं कि एक टर्म पत्ते खेलने शुरू कर दिते ने, चाहे आप दी गल करिए, चाहे श्रोमणी अकाली दल की गल करिए या कांग्रेस की गल करिए, बट बीजेपी इन्नी पिछे क्यों है? क्यों नहीं हजे तक कुछ भी खुल के सामने आया बीजेपी वालों की एजेंडा रहेगा? क्योंकि इलैक्शनस बहुत ही ज़्यादा नज़दीक ने पर हजे भी बीजेपी का कुछ भी नहीं समझ आ रहा कि बीजेपी किस मुद्दे पर पंजाब में इलैक्शन लड़ेगी। देखो इस तरह है कि भारतीय जनता पार्टी पंजाब की अमन शांति और आपसी भाईचारे ਨੂੰ ਲੈ ਕੇ ਜਿਹੜਾ ਹੈਗਾ ਇਹ ਚੁਣਾਵ ਜਿਹੜੀ ਲੜਨ ਜਾ ਸੋ ਉਸ ਨਾਤੇ ਉਸ ਦੀ ਸਾਰੀ ਡਿਟੇਲ ਜਿਹੜੀ ਹੈ ਪੂਰੀ ਤਰ੍ਹਾਂ ਉਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ ਜਾਰੀ ਹੋਏਗਾ ਉਹਦੇ ਵਿੱਚ ਨਸ਼ਰ ਕੀਤਾ ਜਾਏਗਾ। ਸਰ ਤੁਸੀਂ ਕਿੱਥੇ ਦੇਖਦੇ ਹੋ ਬੀਜੇਪੀ ਨੇ 2022 ਦੇ ਵਿੱਚ ਇਲੈਕਸ਼ਨਸ ਦੇ ਵਿੱਚ ਕਿ ਬੀਜੇਪੀ ਕਿਸ ਤਰੀਕੇ ਨਾਲ, ਕਿਉਂਕਿ ਪੰਜਾਬ ਵਿੱਚ ਪਹਿਲੀ ਵਾਰ ਇਕੱਲੇ ਤੌਰ ਤੇ ਇਲੈਕਸ਼ਨ ਲੜਨ ਜਾ ਰਹੀ ਹੈ, ਕੀ ਵਜੂਦ ਹੋਊਗਾ ਬੀਜੇਪੀ ਦਾ ਕਿਸ ਤਰੀਕੇ ਨਾਲ ਇਲੈਕਸ਼ਨ ਲੜਨ ਤੋਂ ਬਾਅਦ? ਕੀ ਤੁਹਾਨੂੰ ਲੱਗਦਾ ਕਿ ਇੱਕ ਸਟਰੋਂਗ ਪਾਰਟੀ ਬਣ ਕੇ ਉਭਰੇਗੀ? देखो ऐसा है कि ਜਿਹੜਾ 2022 ਦਾ ਚੁਣਾव ਹੈਗਾ ਇਹ ਭਾਰਤੀ ਜਨਤਾ ਪਾਰਟੀ ਲਈ ਇੱਕ ਓਪਰਚੁਨਿਟੀ ਹੈ ਔਰ ਚੈਲੰਜ ਵੀ ਹੈ। ਓਪਰਚੁਨਿਟੀ ਹੈ ਕਿ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਦੇ ਕਾਰਜਕਰਤਾ ਹੈ ਪਹਿਲੀ ਵਾਰੀ ਇੱਕ ਸੁਪਨਾ ਜਿਹੜਾ ਹੈ ਉਹ ਸਾਕਾਰ ਹੋਣ ਜਾ ਰਿਹਾ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਕੱਲੇ ਚੁਣਾਵ ਲੜ ਰਹੀ ਹੈ ਔਰ ਇਸ ਲਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਹੋਵੇ ਔਰ ਹਾਲੇ ਤੱਕ ਜਿਹੜਾ ਜਿੰਨੀ ਵਾਰੀ ਵੀ ਅਸੀਂ ਚੁਣਾਵ ਲੜਿਆ ਅਸੀਂ ਚਾਹੇ ਅਖਿਲ ਭਾਰਤੀ ਜਨਸੰਘ ਦੇ ਰੂਪ ਦੇ ਵਿੱਚ, ਜਨਤਾ ਪਾਰਟੀ ਦੇ ਰੂਪ ਦੇ ਵਿੱਚ ਔਰ ਭਾਰਤੀ ਜਨਤਾ ਪਾਰਟੀ ਦੇ ਰੂਪ ਦੇ ਵਿੱਚ ਅਲਾਇੰਸ ਦੇ ਵਿੱਚ ਹੀ ਜਿਹੜਾ ਹੈਗਾ ਉਹ ਅਸੀਂ ਸਰਕਾਰ ਬਣਾਈ ਹੈ। ਲੇਕਿਨ ਹੈ ਕਿ ਇਹ ਬਹੁਤ ਦੇਰ ਦੀ ਮੰਗ ਸੀਗੀ ਪੰਜਾਬ ਦੇ ਕਾਰਜਕਰਤਾ ਦੀ ਕਿ ਕਦੀ ਸਾਡਾ ਵੀ ਚੀਫ ਮਿਨਿਸਟਰ ਹੋਵੇਗਾ ਔਰ ਇਹ ਕਦਮ ਜਿਹੜਾ ਹੈਗਾ 2022 ਦੇ ਵਿੱਚ ਇਕੱਲੇ ਲੜਨ ਦਾ ਇਹਦੇ ਨਾਲ ਉਸ ਸੁਪਨੇ ਨੂੰ ਸਾਕਾਰ ਕਰਨ ਦੇ ਵੱਲ ਅਸੀਂ ਵਧ ਰਹੇ ਹਾਂ। ਮੈਂ ਇਹਦੇ 'ਚ ਇੱਕ ਗੱਲ ਮੈਂ ਐਗਜ਼ਾਮਪਲ ਵੀ ਦੇਣਾ ਚਾਹਾਂਗਾ। ਭਾਰਤੀ ਜਨਤਾ ਪਾਰਟੀ ਦਾ ਜਿਹੜਾ ਹਰਿਆਣਾ ਯੂਨਿਟ ਹੈ ਉਹ ਪੰਜਾਬ ਯੂਨਿਟ ਨਾਲੋਂ ਪਿੱਛੇ ਸੀ। 2004 ਦੇ ਵਿੱਚ ਉਹਨਾਂ ਨੇ ਨਿਰਣੇ ਲਿੱਤਾ ਕਿਉਂਕਿ ਸਵਰਗੀ ਰਾਮ ਪਿਆਰੇ ਪਾਂਡੇ ਜੀ ਸਾਡੇ ਸੰਗਠਨ ਮੰਤਰੀ ਸੀ ਔਰ ਜਲੰਧਰ ਦੇ ਵਿੱਚ ਬੀਜੇਪੀ ਦੀ ਪੰਜਾਬ ਦੀ ਕਾਰਜਕਾਰਨੀ ਸੀ। ਉਹਨਾਂ ਨੇ ਉਹਦੇ 'ਚ ਘੋਸ਼ਣਾ ਕੀਤੀ ਕਿ ਅਸੀਂ 24 ਕੈਰਟ ਦੀ ਸਰਕਾਰ ਅਸੀਂ ਹਰਿਆਣਾ ਦੇ ਵਿੱਚ ਬਣਾਉਣ ਜਾ ਰਹੇ ਹਾਂ, ਅਸੀਂ ਇਕੱਲੇ ਚੁਣਾਵ ਲੜਾਂਗੇ। ਤੁਸੀਂ ਇਹ ਦੇਖੋ ਕਿ 2004 'ਚ ਸੁਪਨਾ ਲਿੱਤਾ ਹੋਇਆ 2014 'ਚ ਸਾਕਾਰ ਹੋ ਗਿਆ। 2 ਵਾਰੀ ਸਰਕਾਰ ਬਣੀ ਭਾਰਤੀ ਜਨਤਾ ਪਾਰਟੀ ਦੀ। ਸੋ ਜਿਨ੍ਹਾਂ ਨੇ ਇਹ ਸੁਪਨਾ ਲੈਣ ਦੇ ਵਿੱਚ ਭੂਮਿਕਾ ਨਿਭਾਈ ਉਹ ਚਾਹੇ ਇਸ ਦੁਨੀਆ 'ਚ ਨਹੀਂ ਹੈ ਲੇਕਿਨ ਸਾਕਾਰ ਹੋ ਗਿਆ। ਸੋ ਇਸੇ ਤਰ੍ਹਾਂ ਜਿਹੜਾ ਹੈਗਾ ਅੱਜ ਇੱਕ ਸੁਪਨਾ ਲਿੱਤਾ ਸੀਗਾ ਉਹਦੇ ਸਾਕਾਰ ਹੋਣ ਦੇ ਵੱਲ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦਾ ਯੂਨਿਟ ਜਿਹੜਾ ਹੈਗਾ ਉਹਨੇ ਕਦਮ बढ़ाए ਹੈ। ਸਰ ਸੁਪਨਾ ਤਾਂ ਜ਼ਰੂਰ ਦੇਖਿਆ ਬੀਜੇਪੀ ਦੇ ਵਰਕਰਸ ਨੇ ਪਰ ਸਭ ਤੋਂ ਵੱਡੀ ਗੱਲ ਹੈ ਕਿਸਾਨ ਪੰਜਾਬ ਦੇ ਇੱਕ ਅਹਿਮ ਹਿੱਸਾ ਨੇ। ਕਿਸਾਨਾਂ ਬਿਨਾਂ ਸਰਕਾਰ ਨਹੀਂ ਬਣ ਸਕਦੀ ਤੇ ਇਸ ਟਾਈਮ ਬੀਜੇਪੀ ਤੋਂ ਹੀ ਦੇਸ਼ ਦਾ ਕਿਸਾਨ ਜੋ ਹੈ ਨਾਰਾਜ਼ ਹੈ। ਦੇਸ਼ ਦਾ ਕਿ ਪੰਜਾਬ ਦਾ ਕਿਸਾਨ ਸਭ ਤੋਂ ਜ਼ਿਆਦਾ ਨਾਰਾਜ਼ ਹੈ। ਕਿ ਤੁਹਾਨੂੰ ਲੱਗਦਾ ਕਿ ਕਿਸਾਨਾਂ ਤੋਂ ਬਿਨਾਂ ਬੀਜੇਪੀ ਸਰਕਾਰ ਬਣਾ ਲੇਗੀ? ਦੇਖੋ ਐਸਾ ਹੈ ਕਿ ਰਾਸ਼ਟਰੀ ਪੱਧਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਪਾਰਟੀ ਹੈ। ਕਿਸਾਨ ਭਰਾਵਾਂ ਨੇ 2 ਵਾਰੀ ਪੂਰੇ ਹਿੰਦੁਸਤਾਨ ਦੇ ਵਿੱਚ ਵੋਟਾਂ ਪਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਬਣਾਈ। 2 ਵਾਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ। ਸੋ ਇਹ ਕਹਿਣਾ ਕਿ ਵੀ ਕਿਸਾਨ ਵਿਰੁੱਧ ਹੈ ਇਹ ਸਰਾਸਰ ਗਲਤ ਹੈ। ਹਾਂ ਉਹਨਾਂ ਦੀ ਦੇਖੋ ਜਿਹੜੇ ਫਾਰਮਸ ਐਕਟ ਆਏ ਠੀਕ ਹੈ ਉਹਦੇ ਵਿੱਚ
ਜਿਹੜਾ ਹੈਗਾ ਕਿਸਾਨ ਜਿਹੜਾ ਹੈਗਾ ਪੰਜਾਬ ਦਾ ਉਹ ਨਹੀਂ ਚਾਹੁੰਦਾ। ਰਾਏ ਜਿਹੜੀ ਹੈਗੀ ਹੈ ਉਹ ਡਿਫਰੈਂਟ ਹੈਗੀ ਹੈ, ਲੇਕਿਨ ਹੈਗਾ ਗੱਲਬਾਤ ਚੱਲ ਰਹੀ ਹੈ। ਜੇ ਸੰਜੀਦਾ ਹੈਗੇ ਹੈ, ਇਸੇ ਲਈ ਕੇਂਦਰ ਸਰਕਾਰ ਨੇ 11 ਵਾਰੀ ਉਹਨਾਂ ਨੂੰ ਨਿਮੰਤਰਣ ਦਿੱਤਾ। ਹੁਣ ਸਵਾਲ ਹੈ ਕਿ ਹਾਲੇ ਸਿੱਟਾ ਨਹੀਂ ਨਿਕਲਿਆ। ਦੇਖੋ ਦੁਨੀਆ ਦੇ ਸਾਰੇ ਮਸਲੇ ਟੇਬਲ ਤੇ ਹੀ ਹੱਲ ਹੁੰਦੇ ਆ, ਚਾਹੇ ਵੱਡੀਆਂ ਵੱਡੀਆਂ ਲੜਾਈਆਂ ਜਿਹੜੀਆਂ ਉਹ ਵੀ ਜਿਹੜੀਆਂ ਹੈਗੀਆਂ ਅੰਤੋਗਤਵਾ ਟੇਬਲ ਦੇ ਉੱਤੇ ਹੀ ਹੱਲ ਹੁੰਦੀਆਂ। ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ ਕਿ ਅੱਜ ਜਰਮਨੀ ਇੱਕ ਹੋ ਗਿਆ, ਉੱਥੇ ਈਸਟ ਬਰਲਿਨ ਵੈਸਟ ਬਰਲਿਨ ਦੇ ਵਿੱਚ ਦੀਵਾਰ ਸੀ। ਕੋਈ 10 ਸਾਲ ਪਹਿਲਾਂ ਸੋਚ ਸਕਦਾ ਸੀਗਾ ਕਿ ਵੀ ਉਹ ਬਰਲਿਨ ਦੀ ਦੀਵਾਰ ਗਿਰ ਜਾਏਗੀ? ਗਿਰ ਗਈ, ਗੱਲਬਾਤ ਦੇ ਨਾਲ ਗਿਰੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਆਸ ਹੀ ਨਹੀਂ, ਪੂਰਨ ਵਿਸ਼ਵਾਸ ਹੈ ਕਿ ਕਿਸਾਨਾਂ ਦਾ ਮਸਲਾ ਹੱਲ ਹੋਏਗਾ। ਕਿਉਂਕਿ ਦੇਖੋ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਨੇ, ਸ਼੍ਰੀ ਨਰਿੰਦਰ ਮੋਦੀ ਜੀ ਨੇ, ਪ੍ਰਧਾਨ ਮੰਤਰੀ ਜੀ ਨੇ, ਉਹਨਾਂ ਨੇ ਵੀ ਕਈ ਸਕੀਮਾਂ ਜਿਹੜੀਆਂ ਹੈਗੀਆਂ ਕਿਸਾਨਾਂ ਦੇ ਹੱਕਾਂ ਦੇ ਵਿੱਚ, ਹਿੱਤਾਂ ਨੂੰ ਧਿਆਨ ਦੇ ਵਿੱਚ ਜਿਹੜੀ ਹੈਗਾ ਲਿੱਤੀਆਂ। ਹੁਣ ਲੇਟੈਸਟ ਜਿਹੜੀ ਹੈਗੀ ਹੈ ਤੁਸੀਂ ਇਹ ਦੇਖੋ ਕਿ ਵੀ 6000 ਰੁਪਈਆ ਸਾਲ ਦਾ ਮਾਨਧਨ ਜਿਹੜਾ ਹੈਗਾ ਕਿਸਾਨ ਭਰਾਵਾਂ ਨੂੰ ਦਿੱਤਾ ਹੈ। ਇਹ ਉਹਨਾਂ ਦੀ ਸੋਚ ਸੀ, ਮੰਗਿਆ ਨਹੀਂ ਸੀ ਉਹਨਾਂ ਨੇ। ਸੋ ਇਸ ਨਾਤੇ ਜਿਹੜਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਸਲਾ ਹੱਲ ਹੋਏਗਾ ਔਰ ਜਿਹੜਾ ਹੈਗਾ ਅਸੀਂ ਕਿਸਾਨ ਭਰਾਵਾਂ ਨੂੰ ਨਾਲ ਲੈ ਕੇ ਹੀ ਜਿਹੜਾ ਹੈਗਾ ਅਸੀਂ ਚੱਲਾਂਗੇ। ਸਰ ਤੁਸੀਂ ਕਿਸੇ ਨਾਲ ਵੀ ਬੀਜੇਪੀ ਦੇ ਲੀਡਰ ਨਾਲ ਗੱਲ ਕਰੋ, ਹਰ ਕੋਈ ਇਹੀ ਕਹਿੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਮਸਲਾ ਹੱਲ ਹੋਏਗਾ। ਇਹ ਪਿਛਲੇ 7 ਮਹੀਨਿਆਂ ਤੋਂ ਸੁਣਦੇ ਆ ਰਹੇ ਹਾਂ, ਬਟ ਇਹ ਆਉਣ ਵਾਲਾ ਸਮਾਂ ਕਦੋਂ ਆਏਗਾ? ਕਿਉਂਕਿ ਇਲੈਕਸ਼ਨਸ ਵੀ ਨੇੜੇ ਨੇ, ਕਿਸਾਨ 7 ਮਹੀਨਿਆਂ ਤੋਂ ਧਰਨੇ ਤੇ ਬੈਠਾ ਹੈ, ਕੋਈ ਸੋਲਿਊਸ਼ਨ ਨਹੀਂ ਹੋ ਰਿਹਾ। ਕਿੰਨੇ ਕਿਸਾਨ ਭਰਾ ਸ਼ਹੀਦ ਹੋ ਗਏ, ਉਸ ਤੇ ਵੀ ਨਰਿੰਦਰ ਮੋਦੀ ਜੀ ਨੇ ਕੋਈ ਇੱਕ ਵਰਣਨ ਕਰਨਾ ਜ਼ਰੂਰੀ ਨਹੀਂ ਸਮਝਿਆ। ਤੇ ਆਉਣ ਵਾਲਾ ਸਮਾਂ ਕਦੋਂ ਆਏਗਾ? ਦੇਖੋ ਜਦ ਤੱਕ ਕਿਸਾਨ ਭਰਾਵਾਂ ਨੇ ਸੰਘਰਸ਼ ਦੇ ਵਿੱਚ ਜਾਨਾਂ ਗਵਾਈਆਂ, ਮੈਂ ਨਮਨ ਕਰਦਾ ਔਰ ਸ਼ਰਧਾਂਜਲੀ ਵੀ ਦਿੰਦਾ ਉਹਨਾਂ ਨੂੰ। ਹੁਣ ਸਵਾਲ ਇਹ ਹੈ ਕਿ ਇਹ ਮਸਲਾ ਕਦੋਂ ਹੱਲ ਹੋਏਗਾ? ਇਹ ਭਵਿੱਖ ਦੀ ਕੋਖ ਵਿੱਚ ਛੁਪਿਆ ਹੋਇਆ ਹੈ। ਕੋਈ ਵੀ ਵਿਅਕਤੀ ਨਹੀਂ ਦੱਸ ਸਕਦਾ ਹੁੰਦਾ ਕਿ ਕਿਹੜਾ ਮਸਲਾ ਕਦੋਂ ਹੱਲ ਹੋਗਾ। ਜਦੋਂ ਸਹੀ ਟਾਈਮ ਆਉਂਦਾ ਮਸਲੇ ਹੱਲ ਹੋ ਜਾਂਦੇ ਆ। ਸੋ ਗੱਲਬਾਤ ਦਾ ਸਿਲਸਿਲਾ ਜਿਹੜਾ ਹੈਗਾ ਉਹ ਹਾਲੇ ਵੀ ਹੁਣ ਜਾਰੀ ਹੈ। ਹੁਣ ਕਿਸਾਨ ਭਰਾਵਾਂ ਨੇ ਪਿਛਲੇ ਦਿਨ ਹੀ ਕਿਹਾ ਕਿ ਕੇਂਦਰ ਸਰਕਾਰ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ। ਸੋ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਬੈਠਣਗੇ ਤੇ ਕਿਤੇ ਨਾ ਕਿਤੇ ਜਿਹੜਾ ਮਸਲਾ ਹੱਲ ਹੋ ਜਾਏਗਾ। ਸਰ ਕਿਸਾਨਾਂ ਦਾ ਮਸਲਾ ਹੱਲ ਹੋ ਜਾਏਗਾ, ਬਟ ਜੋ ਬੀਜੇਪੀ ਦਾ ਆਪਸੀ ਅੰਦਰੂਨੀ ਮਸਲਾ ਹੈ ਉਹ ਕਦੋਂ ਹੱਲ ਹੋਏਗਾ? ਆਪਣੇ ਅਨਿਲ ਜੋਸ਼ੀ ਜੀ, ਮਾਸਟਰ ਮੋਹਨ ਲਾਲ ਜੀ ਨਾਰਾਜ਼ ਨੇ। ਅਨਿਲ ਜੋਸ਼ੀ ਜੀ ਨੂੰ ਤਾਂ ਪਾਰਟੀ 'ਚੋਂ ਵੀ 6 ਸਾਲਾਂ ਲਈ ਕੱਢ ਦਿੱਤਾ ਗਿਆ। ਇਹ ਸਭ ਚੀਜ਼ਾਂ ਦਾ ਸਮਾਧਾਨ ਕਦੋਂ ਹੋਏਗਾ? ਕਿਉਂਕਿ ਜਿਸ ਟਾਈਮ ਤੇ ਪਾਰਟੀ ਨੂੰ ਇਕੱਠਾ ਹੋਣ ਦੀ ਲੋੜ ਹੈ, ਉਸ ਟਾਈਮ ਤੇ ਪਾਰਟੀ ਬਿਖਰਦੀ ਨਜ਼ਰ ਆ ਰਹੀ ਹੈ। ਦੇਖੋ ਐਸਾ ਹੈ, ਜਿੱਦ ਤੱਕ ਮਾਸਟਰ ਮੋਹਨ ਲਾਲ ਜੀ ਦਾ ਤਾल्लुक ਹੈ, ਦੇਖੋ ਸਾਡੇ ਉਹ ਸੀਨੀਅਰ ਨੇਤਾ ਹੈ। ਸੋ ਉਸ ਨਾਤੇ ਰਾਏ ਭਿੰਨ ਹੋ ਸਕਦੀ ਹੈ, ਪਾਰਟੀ ਦੇ ਅੰਦਰ ਰੱਖ ਸਕਦੇ ਹਾਂ। ਔਰ ਉਹ ਜਿਹੜੀ ਹੈਗੀ ਪਾਰਟੀ ਦੀ ਇੱਕ ਸਸ਼ਕਤ ਜਮਹੂਰੀਅਤ ਦਾ ਜਿਹੜਾ ਹੈਗਾ ਪ੍ਰਗਟਾਵਾ ਵੀ ਹੈ ਕਿ ਵੀ ਕਿਸੇ ਨੂੰ ਇਹ ਨਹੀਂ ਹੈਗਾ ਕਿ ਤੁਸੀਂ ਆਪਣੀ ਕੋਈ ਰਾਏ ਹੈਗੀ ਹੈ ਉਹ ਰੱਖੋ, ਮੰਨੀ ਜਾਵੇ ਨਾ ਮੰਨੀ ਜਾਵੇ, ਔਰ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜੀ ਗੱਲ ਫਾਈਨਲ ਹੁੰਦੀ ਉਹਦੇ ਮਗਰ ਚੱਲਦੇ ਆ। ਸੋ ਮਾਸਟਰ ਮੋਹਨ ਲਾਲ ਜੀ ਨੇ ਜਿੱਦ ਤੱਕ ਤਾल्लुक ਹੈ ਰਾਏ ਰੱਖਦੇ, ਉਹ ਇੰਡੀਵਿਜੂਅਲ ਰਾਏ ਹੈਗੀ ਹੈ। ਔਰ ਜਿੱਦ ਤੱਕ ਪਾਰਟੀ ਦੇ ਕਾਰਜਕ੍ਰਮ ਦਾ ਤਾल्लुक ਹੈ, ਪਾਰਟੀ ਦੇ ਪਾਲਿਸੀਜ਼ ਦਾ ਹੈਗਾ, ਉਹ ਹਮੇਸ਼ਾ ਉਹਨਾਂ ਦੇ ਨਾਲ ਖੜੇ ਹੁੰਦੇ ਆ। ਜਿੱਦ ਤੱਕ ਸਵਾਲ ਅਨਿਲ ਜੋਸ਼ੀ ਦਾ ਹੈਗਾ, ਦੇਖੋ ਪਾਰਟੀ ਦਾ ਇੱਕ ਡਿਸਪਲਿਨ ਹੈ, ਤੁਸੀਂ ਰਾਏ ਰੱਖਣੀ ਹੈ ਪਾਰਟੀ ਦੇ ਫੋਰਮ ਤੇ ਰੱਖੋ। ਲੇਕਿਨ ਇਹ ਹੈਗਾ ਕਿ ਵੀ ਤੁਸੀਂ ਜਿਹੜਾ ਹੈਗਾ ਜਦੋਂ ਅਸੀਂ ਪਾਰਟੀ ਦਾ ਇਨਡਿਸਪਲਿਨ ਭੰਗ ਕਰਦੇ ਹਾਂ ਤਾਂ ਫਿਰ ਕਾਰਵਾਈ ਹੁੰਦੀ ਹੈਗੀ। ठीक है ना, कहते कहे जाते हो रो रो के हमारा हाल दुनिया से, ये कैसी राजदारी है? ये गल नहीं होंगी। तुसी अंदर रखो, जो मर्जी रखो। शायद मैं भी कई गल्लां रखियां होणगियां, लेकिन पार्टी दे प्लेटफॉर्म ते रखियां सी। सो उन्होंने इनडिसिपलिन जिहड़ा हैगा क्रिएट किया, पार्टी दा डिसिपलिन की उलंघना की है, सो एक्शन होया। ਮਗਰ ਸਰ ਦੇਖਿਆ ਜਾਵੇ ਤਾਂ ਹੋ ਸਕਦਾ ਕਿ ਉਹਨਾਂ ਨੇ ਪਹਿਲਾਂ ਪਾਰਟੀ ਦੇ ਅੰਦਰ ਹੀ ਗੱਲਾਂ ਰੱਖੀਆਂ ਸੀ, ਬਟ ਉਹ ਨਹੀਂ ਸੁਣੀਆਂ ਗਈਆਂ ਤਾਂ ਉਹਨਾਂ ਨੂੰ ਬਾਹਰ ਆਣਾ ਪਿਆ, ਤਾਂ ਫਿਰ ਉਹਨਾਂ ਪਾਰਟੀ 'ਚੋਂ ਉਹਨਾਂ ਨੂੰ ਕੱਢ ਦਿੱਤਾ ਗਿਆ। ਕਾਰਨ ਬਤਾਓ ਨੋਟਿਸ ਤੋਂ ਬਾਅਦ ਕਿ ਬੀਜੇਪੀ ਆਵਾਜ਼ ਚੁੱਕਣ ਵਾਲਿਆਂ ਨੂੰ ਪਿੱਛੇ ਰੱਖ ਦਿੰਦੀ ਹੈ। ਦੇਖੋ ਗੱਲ ਇਹ ਹੈ, ਸਵਾਲ ਇਹ ਹੈ ਤੁਸੀਂ ਆਪਣੀ ਰਾਏ ਰੱਖੋ, ਮੰਨੀ ਜਾਣੀ ਜਾਂ ਨਾ ਮੰਨੀ ਜਾਣੀ ਇਹ ਸਾਡੇ ਕੇਂਦਰੀ ਨੇਤਰਤਵ ਦਾ ਅਧਿਕਾਰ ਹੈ। ਤੇ ਜੇ ਤੁਸੀਂ ਨਹੀਂ ਮੰਨੋ ਤੇ ਕਹੋ ਜੀ ਮੈਂ ਹੀ ਜੋ ਕਹਿ ਰਿਹਾ ਸਹੀ ਹੈ, ਇਹ ਤਾਂ ਦੁਨੀਆ ਇਦਾਂ ਤਾਂ ਨਹੀਂ ਚੱਲਦੀ। ਕਿਸੇ ਦੀ ਰਾਏ ਕਈ ਵਾਰੀ ਮੰਨੀ ਜਾਂਦੀ ਹੈ, ਕਈ ਵਾਰੀ ਨਹੀਂ ਮੰਨੀ ਜਾਂਦੀ। ਹੁਣ ਜਿਹੜੀ ਨਹੀਂ ਮੰਨੀ ਗਈ ਉਹ ਤੁਸੀਂ ਕਹੋ ਜੀ ਕਿ ਵੀ ਮੈਂ ਤਾਂ ਹੁਣ ਜੇ ਮੇਰੀ ਮੰਨੂ ਹੀ ਜਾਊਗੀ ਤਾਂ ਮੈਂ ਰਹੂੰਗਾ, ਤਾਂ ਨਹੀਂ, ਇਹ ਤਾਂ ਕੋਈ ਗੱਲ ਨਹੀਂ ਹੁੰਦੀ ਨਾ। ਸਰ ਜਿੱਥੇ ਆਪਾਂ ਬੀਜੇਪੀ ਦੇ ਕਾਟੋ ਕਲੇਸ਼ ਦੀ ਗੱਲ ਕਰੀਏ, ਉੱਥੇ ਆਪਾਂ ਕਾਂਗਰਸ ਦੇ ਕਾਟੋ ਕਲੇਸ਼ ਦੀ ਗੱਲ ਕਰੀਏ। ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਜੋ ਆਪਸੀ ਵਿਵਾਦ ਚੱਲ ਰਹੇ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਪਹਿਲਾਂ ਤਾਂ ਬੀਜੇਪੀ ਦੇ ਵਿੱਚ ਕੋਈ ਕਾਟੋ ਕਲੇਸ਼ ਨਹੀਂ ਹੈ। ਹਾਂ, ਕਾਂਗਰਸ ਦੇ ਵਿੱਚ ਚੱਲ ਰਿਹਾ, ਉੱਥੇ ਤੂੰ ਮੈਂ ਵੀ ਚੱਲ ਰਹੀ ਹੈ, ਜੁੱਤੀਮ ਜੁੱਤੀ ਵੀ ਹੋ ਰਿਹਾ ਹੈ, ਦਾਲ ਜੁੱਤੀ 'ਚ ਵੰਡੀ ਜਾ ਰਹੀ ਹੈ। ਸੋ ਜੋ ਕਹਿ ਲਓ ਉਹ ਸਹੀ ਹੈ।
ਹੁਣ ਇਹ ਹੈਗਾ ਕਿ ਵੀ ਲੇਟੈਸਟ ਜਿਹੜਾ ਟਵੀਟ ਕੀਤਾ ਔਰ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਜਿਹੜਾ ਹੈਗਾ ਕਿ ਵੀ ਮੈਨੂੰ ਜਿਹੜੀਆਂ ਮੇਰੀਆਂ ਪਾਲਿਸੀਆਂ ਮੇਰੀ ਸੋਚ ਹੈਗੀ ਹੈ ਮੇਰਾ ਵਿਜ਼ਨ ਹੈ ਉਹ ਆਪ ਜਿਹੜੀ ਆਪੋਜੀਸ਼ਨ ਪਾਰਟੀ ਉਹ ਸਰਾਹ ਰਹੀ ਹੈ। ਠੀਕ ਹੈ ਨਾ, ਇਹ ਇੱਕ ਤਰ੍ਹਾਂ ਮੈਂ ਕਹਾਂ ਕਿ ਵੀ ਰਿਵਰਸ ਸਵਿੰਗ ਵੀ ਹੈਗੀ ਹੈ ਕਿ ਵੀ ਇਫੈਕਟ ਜਿਹੜਾ ਹੈਗਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਟਾਰਗੇਟ ਵੀ ਕੀਤਾ ਔਰ ਇਸ਼ਾਰਾ ਦਿੱਤਾ ਕੇਂਦਰੀ ਨੇਤਰਤਵ ਨੂੰ ਕਾਂਗਰਸ ਨੂੰ ਕਿ ਭਾਈ ਜੇ ਮੈਨੂੰ ਤੁਸੀਂ ਮੇਰੀਆਂ ਗੱਲਾਂ ਨਾ ਮੰਨੀਆਂ ਗਈਆਂ ਤਾਂ ਮੈਂ ਆਪ ਵੱਲ ਜਾ ਸਕਦਾ। ਫਿਰ ਦੂਸਰੀ ਗੱਲ ਉਧਰ ਸਵਾਲ ਇਹ ਹੈਗਾ ਕਿ ਉੱਥੇ ਬੜੇ ਮੁੱਖ ਮੰਤਰੀ ਪਹਿਲਾਂ ਹੀ ਬੈਠੇ ਹੋਏ ਆ ਤੇ ਉਹ ਡਾਂਗ ਲੈ ਕੇ ਬੈਠੇ ਹੋਏ ਤੇ ਇਹਦਾ ਕਿੱਥੇ ਜਿਹੜਾ ਹੈਗਾ ਕਿ ਵੀ ਅਕਮੋਡੇਟ ਹੋ ਸਕਦਾ, ਇਹ ਆਉਣ ਵਾਲਾ ਸਮੇਂ ਦੇ ਵਿੱਚ ਦੱਸੇਗਾ। ਪਹਿਲਾਂ ਨਵਜੋਤ ਸਿੰਘ ਸਿੱਧੂ ਬੀਜੇਪੀ ਦਾ ਹਿੱਸਾ ਸੀ, ਫਿਰ ਕਾਂਗਰਸ ਦਾ ਰਹੇ ਤੇ ਹੁਣ ਲੱਗ ਰਿਹਾ ਕਿ ਹੋ ਸਕਦਾ ਉਹ ਆਪ ਦੇ ਵਿੱਚ ਸ਼ਾਮਿਲ ਹੋ ਜਾਣ। ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਜੋ ਸਿਆਸਤ ਹੈ ਉਹਨੂੰ ਚਮਕਾ ਰਹੇ ਨੇ? ਦੇਖੋ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਕਿਉਂਕਿ 4.5 ਸਾਲ ਪਾਰਟੀ ਦੇ ਬੀਜੇਪੀ 'ਚ ਵੀ ਰਹੇ ਤਾਂ ਉਹਨਾਂ ਦਾ ਇੱਕ ਆਪਣੇ ਏਜੰਡਾ ਹੁੰਦਾ ਜੋ ਦਿਮਾਗ 'ਚ ਆ ਗਿਆ ਫਿਰ ਉਹਨੇ ਮੁੱਛ ਦੇ ਵਾਲ ਦਾ ਸਵਾਲ ਬਣਾ ਲੈਣਾ। ਹੁਣ ਇਹੀ ਗੱਲ ਸੀਗੀ ਕਿ ਮੇਰੀ ਗੱਲ ਇਹ ਮੰਨੋਗੇ ਤੇ ਮੈਂ ਠੀਕ ਹੈ, ਨਹੀਂ ਤਾਂ ਜਿਹੜਾ ਹੈਗਾ ਮੈਂ ਕਾਂਗਰਸ ਚੱਲਣਾ। ਤੁਸੀਂ ਇਹ ਦੇਖੋ ਕਿ ਵੀ ਪਾਰਟੀ ਨੇ ਐਮਪੀ ਬਣਾਇਆ, ਠੀਕ ਹੈ, ਉਦੋਂ ਤਾਂ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਸੀਗਾ। ਪਾਕਿਸਤਾਨ ਤੋਂ ਬਾਰਡਰ ਟੱਪੇ ਤੇ 15-20 ਦਿਨਾਂ 'ਚ ਐਮਪੀ ਬਣ ਗਏ, ਠੀਕ ਹੈ। ਫਿਰ ਦੁਬਾਰਾ ਬਣਾਤਾ, ਫਿਰ ਹੈਗਾ ਕਿ ਵੀ ਚਲੋ ਇਲੈਕਸ਼ਨ ਨਹੀਂ ਲੜੇ ਤੇ ਫਿਰ ਇਹਨਾਂ ਨੂੰ ਆਪਣਾ ਨੋਮੀਨੇਟ ਕਰਤਾ। ਹੁਣ ਸਵਾਲ ਇਹ ਹੈਗਾ ਕਿ ਵੀ ਉਹਨਾਂ ਦੇ ਦਿਮਾਗ 'ਚ ਜੋ ਸੀਗਾ ਉਹ ਪੂਰਾ ਨਹੀਂ ਹੋਇਆ ਤਾਂ ਪਾਰਟੀ ਨੂੰ ਛੱਡ ਕੇ ਚਲੇ ਗਏ। ਹੁਣ ਇਸੇ ਤਰ੍ਹਾਂ ਹੁਣ ਕਾਂਗਰਸ ਦੇ ਵਿੱਚ ਹੈ, ਕਾਂਗਰਸ ਦੇ ਵਿੱਚ ਵੀ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਕਿ ਵੀ ਉਹਨਾਂ ਦਾ ਏਜੰਡਾ ਨਹੀਂ ਪੂਰਾ ਹੋ ਰਿਹਾ ਤੇ ਹੁਣ ਇਹ ਅਲਵਿਦਾ ਕਰਨਗੇ, ਠੀਕ ਹੈ ਨਾ। ਤੇ ਹੁਣ ਇਹਦੇ 'ਚ ਇੱਕ ਮਿਆਨ 'ਚ ਦੋ ਤਲਵਾਰਾਂ ਜਿਹੜੀਆਂ ਹੈਗੀਆਂ ਉਹ ਨਹੀਂ ਹੋ ਰਹਿ ਸਕਦੀਆਂ ਅੱਜ ਦੇ ਜੋ ਹਾਲਾਤ ਹੈਗੇ ਆ। ਸੋ ਇਸ ਨਾਤੇ ਜਿਹੜਾ ਹੈਗਾ ਕਿ ਵੀ ਉਹਦਾ ਆਪਣਾ ਏਜੰਡਾ ਹੁੰਦਾ, ਜੇ ਉਹਦਾ ਮਨੋਰਥ ਨਹੀਂ ਹੁੰਦਾ ਤੇ ਵੀ ਚੱਲ ਵੀ ਪੁੱਤਰ ਅਗਲੇ ਸ਼ਹਿਰ। ਸਰ ਆਮ ਆਦਮੀ ਪਾਰਟੀ ਨੇ ਇੱਕ ਕੰਟਰੋਵਰਸੀ ਕ੍ਰੀਏਟ ਕਰਤੀ 300 ਯੂਨਿਟਸ ਬਿਜਲੀ ਦੀਆਂ ਮਾਫ ਕਰਕੇ 300 600 ਜਾਂ ਹਜੇ ਤੱਕ ਕਲੀਅਰ ਨਹੀਂ ਹੋ ਪਾ ਰਿਹਾ। ਤੁਹਾਨੂੰ ਲੱਗਦਾ ਕਿ ਇਸ ਦਾ ਫਾਇਦਾ ਬੀਜੇਪੀ ਨੂੰ ਮਿਲੇਗਾ ਕਿਉਂਕਿ ਉਹ ਕੁਝ ਵੀ ਕਲੀਅਰ ਨਹੀਂ ਕਰ ਪਾ ਰਹੇ ਆਪਣੇ ਏਜੰਡਾਸ ਦੇ ਵਿੱਚ? ਦੇਖੋ ਸਵਾਲ ਇਹ ਹੈ ਵਿਸ਼ਵਾਸ ਦਾ, ਵਿਸ਼ਵਾਸਨੀयता ਦਾ, ਕਿਉਂਕਿ ਕ੍ਰਾਈਸਿਸ ਆਫ ਕ੍ਰੈਡੀਬਿਲਿਟੀ ਹੈ। ਆਮ ਆਦਮੀ ਪਾਰਟੀ ਕੇਜਰੀਵਾਲ ਦੀ ਪਾਰਟੀ ਤੁਸੀਂ ਇਹ ਦੇਖੋ ਕਿ ਵੀ ਇਹ ਕਹਾਂ ਨਾ ਕਿ ਵੀ ਦਿਸ਼ਾਵੀਨ ਵੀ ਹੈ, ਡਾਇਰੈਕਸ਼ਨਲੈਸ ਹੈ ਔਰ ਜਿਹਨੂੰ ਕਹਿੰਦੇ ਨੇ ਕਿ ਵੀ ਇਹ ਐਬਸਟਰੈਕਟ ਪੋਲਿਟਿਕਸ ਕਰਦੇ ਆ। ਇਹਨਾਂ ਦੀ ਕੋਈ ਧੇ ਨਹੀਂ ਹੈ, ਇਹਨਾਂ ਦਾ ਕੋਈ ਪਾਲਿਸੀਜ਼ ਨਹੀਂ ਹੈ ਪ੍ਰੋਪਰ ਕਿ ਵੀ ਉਹ ਕਿਸ ਟਾਰਗੇਟ ਨੂੰ ਕਿਸ ਗੋਲ ਨੂੰ ਲੈ ਕੇ ਚੱਲੇ ਹੋਏ ਆ, ਠੀਕ ਹੈ। ਔਰ ਇਹ ਭਾਨੂਮਤੀ ਦਾ ਕੁਨਬਾ ਹੈ। ਉਸ ਨਾਤੇ ਜਿਹੜਾ ਹੈਗਾ ਕਿ ਵੀ ਇਹਨਾਂ ਨੇ ਹੁਣ ਇਹ ਦੇਖਿਆ ਕਿ ਵੀ ਜਦੋਂ ਦਿੱਲੀ ਦੇ ਵਿੱਚ ਸਰਕਾਰ ਆਈ ਹੈ, ਠੀਕ ਹੈ, ਉੱਥੇ ਵੀ ਕਈ ਵਾਅਦੇ ਕੀਤੇ ਸੀ ਇਹਨਾਂ ਨੇ 5000 ਬੱਸਾਂ ਪਾਵਾਂਗੇ ਅਸੀਂ, ਆਂਦੇ ਨਵੇਂ ਕਰਾਂਗੇ, ਇਹ ਕਰਾਂਗੇ, ਨਹੀਂ ਪੂਰੇ ਹੋਏ। ਪਾਣੀ ਦਾ ਵੀ ਸੀਗਾ, ਇਹਨਾਂ ਨੇ ਉੱਥੇ ਕਿਹਾ ਸੀਗਾ ਕਿ ਵੀ ਪਾਣੀ ਮੁਫਤ ਦੇਵਾਂਗੇ, ਫਿਰ ਕਿਹਾ ਇੰਨੇ ਲੀਟਰ ਤੋਂ ਬਾਅਦ ਸਾਰਾ ਹੀ ਪਾਣੀ ਜਿਹੜਾ ਹੈਗਾ ਅਸੀਂ ਚਾਰਜ ਕਰਾਂਗੇ। ਸੋ ਉਸ ਨਾਤੇ ਜਿਹੜਾ ਅੱਜ ਵੀ ਚੁਣਾਵ ਆ ਗਏ ਤੇ ਹੁਣ ਉੱਥੇ ਅੱਜ ਵਾਅਦਿਆਂ ਦੀ ਬੌਛਾਰ ਕੀਤੀ ਹੈ ਉਸੇ ਤਰ੍ਹਾਂ ਜਿੱਦਾਂ 2017 ਦੇ ਵਿੱਚ ਕਾਂਗਰਸ ਨੇ ਕੀਤੀ ਸੀ। ਕਿਆ ਪੂਰੇ ਹੋਏ? ਨਹੀਂ ਪੂਰੇ ਹੋਏ। ਅੱਜ ਲੋਕੀ ਪੁੱਛਦੇ ਆ ਕਿ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ। ਸੋ ਉਸ ਨਾਤੇ ਲੋਕੀ ਅੱਜ ਕਹਿੰਦੇ ਨੇ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ। ਹੁਣ ਜਿਹੜੀ ਵਾਅਦਿਆਂ ਦੀ ਹਾਂਡੀ ਹੈ ਇੱਕ ਵਾਰੀ ਟੇਸਟ ਕਰ ਲਈ, ਦੂਜੀ ਵਾਰੀ ਟੇਸਟ ਕਰ ਲਈ, ਹੁਣ ਬਾਰ-ਬਾਰ ਨਹੀਂ ਚੜ੍ਹਨੀ, ਨਾ ਹੀ ਕਾਂਗਰਸ ਦੀ ਨਾ ਹੀ ਆਮ ਆਦਮੀ ਪਾਰਟੀ ਦੀ। ਇਹ ਕੀਤੀ ਅਸੀਂ ਮਨੋਰੰਜਨ ਕਾਲੀਆ ਜੀ ਨਾਲ ਖਾਸ ਗੱਲਬਾਤ, ਜਿਨ੍ਹਾਂ ਵਿੱਚ ਉਹਨਾਂ ਨੇ ਆਪਣਾ 2022 ਦਾ ਵਿਜ਼ਨ ਵੀ ਕਲੀਅਰ ਕੀਤਾ ਬੀਜੇਪੀ ਦਾ ਅਤੇ ਕਿਸਾਨੀ ਮੁੱਦੇ ਨੂੰ ਲੈ ਕੇ ਜਾਂ ਹੋਰ ਜਿਸ ਤਰੀਕੇ ਨਾਲ ਹੋਰ ਪਾਰਟੀ ਆਪਣੇ ਮੈਨੀਫੈਸਟੋ ਦੇ ਕੁਝ ਪਾਰਟਸ ਜਾਰੀ ਕਰ ਰਹੀਆਂ ਨੇ ਉਹਨਾਂ ਬਾਰੇ ਵੀ ਇਹਨਾਂ ਨਾਲ ਖਾਸ ਗੱਲਬਾਤ ਕੀਤੀ। ਇਸੇ ਦੇ ਨਾਲ ਕੈਮਰਾਮੈਨ ਬੌਬੀ ਦੇ ਨਾਲ ਮੈਂ ਏਕਤਾ ਸਿੰਗਲਾ, ਤੁਸੀਂ ਦੇਖਦੇ ਰਹੋ ਖਬਰ ਦਿਨ ਪਰ।